ਹੈਲੋ ਫਰੈਂਡਸ, ਤਾਂ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਸਟਾਕ ਮਾਰਕੀਟ ਦੇ ਉੱਪਰ ਇੱਕ ਐਵੇਂ ਦੀ ਸਟ੍ਰੈਟਜੀ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਇੱਕ ਪੈਸਿਵ ਇਨਕਮ ਜਨਰੇਟ ਕਰ ਸਕਦੇ ਹਾਂ ਸਟ੍ਰੈਟਜੀ ਦੇ ਨਾਲ। ਠੀਕ ਹੈ, ਇਹ ਸਟ੍ਰੈਟਜੀ ਨੂੰ ਸਮਝਣਾ ਸਿਰਫ ਓਨਲੀ ਮੈਥਮੈਟਿਕ ਦੇ ਉੱਪਰ ਆ ਤੇ ਇਸ ਨੂੰ ਥੋੜਾ ਜਿਹਾ ਤੁਸੀਂ ਮੇਰੇ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਠੀਕ ਹੈ, ਜੇਕਰ ਆਪਾਂ ਦੇਖਿਆ ਜਾਵੇ ਇਸ ਸਟ੍ਰੈਟਜੀ ਦੇ ਵਿੱਚ ਆਪਾਂ ਕਿਵੇਂ ਕਰਨਾ, ਆਪਾਂ ਨੂੰ ਐਕਸਪਾਇਰੀ ਤੋਂ 2 ਦਿਨ ਪਹਿਲਾਂ ਆਪਾਂ ਨੂੰ ਕਰੰਟ ਵੀਕ ਦੀ ਜੋ ਐਕਸਪਾਇਰੀ ਹੋਏਗੀ ਉਹਦੇ ਆਪਾਂ ਲੋਟ ਸੈੱਲ ਕਰਨੇ ਆ ਤੇ ਮੰਥਲੀ ਐਕਸਪਾਇਰੀ ਜੋ ਹੋਏਗੀ ਉਹਦੇ ਆਪਾਂ ਲੋਟ ਬਾਏ ਕਰਨੇ ਆ ਕਾਲ ਤੇ ਪੁੱਟ। ਠੀਕ ਹੈ, ਤੇ ਇਹਦੇ ਵਿੱਚ ਕਿੰਨਾ ਪ੍ਰੀਮੀਅਮ ਵਗੈਰਾ ਲੱਗੇਗਾ, ਕਿੰਨਾ ਕੁਝ ਲੱਗੇਗਾ, ਉਹ ਸਾਰਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਉਂਗਾ। ਤੇ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ, ਜੇਕਰ ਆਪਾਂ ਮੰਨ ਲਓ ਸਿਰਫ ਨੋਰਮਲ ਜੀ ਚੀਜ਼ ਆ, ਆਪਾਂ ਜ਼ਿਆਦਾ ਇਸ ਦੇ ਵਿੱਚ ਦਿਮਾਗ ਲਗਾਉਣੇ ਨਹੀਂ। ਜੇਕਰ ਆਪਾਂ ਐਕਸਪਾਇਰੀ ਤੋਂ 2-3 ਦਿਨ ਪਹਿਲਾਂ ਆਪਾਂ ਦੂਰ ਦੇ OTM ਜਿਹਦਾ ਪ੍ਰੀਮੀਅਮ 10 ਜਾਂ 12 ਰੁਪਏ ਦੇ ਆਸ-ਪਾਸ ਦਾ, ਆਪਾਂ ਉਸ ਨੂੰ ਕਾਲ ਐਂਡ ਪੁੱਟ ਨੂੰ ਸੈੱਲ ਕਰ ਦਿੰਦੇ ਆ ਤਾਂ ਆਲਮੋਸਟ ਦੇਖਿਆ ਜਾਂਦਾ ਕਿ ਉਹ ਜ਼ੀਰੋ ਹੋ ਜਾਂਦਾ ਹੈ ਨਾ। ਤੇ ਇਸ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ, ਆਪਾਂ ਦੂਰ ਦਾ ਕਾਲ ਐਂਡ ਪੁੱਟ ਜੋ ਕਿ ਮੰਥਲੀ ਬੇਸਿਸ ਤੇ ਹੋਵੇ। ਠੀਕ ਹੈ, ਇੱਕ ਤਾਂ ਆਪਾਂ ਵੀਕ ਦਾ ਆਪਾਂ ਸੈੱਲ ਕਰ ਦੇਣਾ ਤੇ ਜੋ ਮੰਥਲੀ ਬੇਸਿਸ ਤੇ ਹੋਊਗਾ ਉਸ ਨੂੰ ਆਪਾਂ ਬਾਏ ਕਰਨਾ। ਠੀਕ ਹੈ, ਇਹਦੇ ਵਿੱਚ ਹੋਏਗਾ ਕਿ ਜੋ ਆਪਾਂ ਮਤਲਬ 12 ਰੁਪਏ ਦਾ ਮੰਨ ਲਓ ਪ੍ਰੀਮੀਅਮ ਆਪਾਂ ਇਸ ਵੀਕ ਦਾ ਸੈੱਲ ਕੀਤਾ ਤੇ 12 ਰੁਪਏ ਦੇ ਆਸ-ਪਾਸ ਦਾ ਹੀ ਪ੍ਰੀਮੀਅਮ ਆਪਾਂ ਮੰਥਲੀ ਤੌਰ ਤੇ ਬਾਏ ਕੀਤਾ, ਤਾਂ ਇਸ ਦੇ ਵਿੱਚ ਹੋਏਗਾ ਕਿ ਜੋ ਕਿ ਮੰਥਲੀ ਵਾਲੇ ਪ੍ਰੀਮੀਅਮ ਹੋਣਗੇ ਉਹ ਜ਼ੀਰੋ ਨਹੀਂ ਹੋਣਗੇ, ਬਟ ਇਹ ਵਾਲੇ ਪ੍ਰੀਮੀਅਮ ਜ਼ੀਰੋ ਹੋ ਜਾਂਦੇ ਆ ਜ਼ਿਆਦਾਤਰ ਦੇਖਿਆ ਜਾਂਦਾ ਹੈ ਨਾ। ਤਾਂ ਚਲੋ ਇਸ ਸਟ੍ਰੈਟਜੀ ਨੂੰ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਬਿਲਡ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜੇਕਰ ਤੁਹਾਡਾ ਦਨ ਦੇ ਵਿੱਚ ਅਕਾਊਂਟ ਨਹੀਂ ਬਣਿਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਨੀਚੇ ਲਿੰਕ ਆ, ਤਾਂ ਤੁਸੀਂ ਦਨ ਦੇ ਵਿੱਚ ਆਪਣਾ ਅਕਾਊਂਟ ਓਪਨ ਕਰ ਸਕਦੇ ਹੋ। ਦਨ ਦੇ ਵਿੱਚ ਆਪਾਂ ਨੂੰ ਅਕਾਊਂਟ ਓਪਨ ਕਰੇ ਦਾ ਕੀ ਬੈਨੀਫਿਟ ਹੈ, ਇਸ ਦਾ ਮੈਂ ਤੁਹਾਨੂੰ ਦੱਸਦਾ। ਜਦੋਂ ਆਪਾਂ ਇਸ ਦੇ ਵਿੱਚ ਓਪਨ ਕਰਦੇ ਹਾਂ, ਆਪਾਂ ਮਾਰਕੀਟ ਤੇ ਜਾਵਾਂਗੇ, ਉਸ ਤੋਂ ਬਾਅਦ ਇੱਥੇ ਕ੍ਰੀਏਟ ਯੂਅਰ ਸਟ੍ਰੈਟਜੀ ਤੇ ਕਲਿੱਕ ਕਰਨਾ ਤੁਸੀਂ। ਤਾਂ ਇਸ ਤੋਂ ਬਾਅਦ ਤੁਹਾਡਾ ਇਹ ਤਰ੍ਹਾਂ ਦਾ ਜੋ ਹੈ ਡੈਸ਼ਬੋਰਡ ਤੁਹਾਡੇ ਸਾਹਮਣੇ ਆ ਜਾਏਗਾ। ਠੀਕ ਹੈ, ਇਸ ਦੇ ਵਿੱਚ ਐਡ ਨਿਊ ਸਟ੍ਰੈਟਜੀ ਤੇ ਤੁਸੀਂ ਜਦੋਂ ਕਲਿੱਕ ਕਰੋਗੇ ਤਾਂ ਉਸ ਦੇ ਵਿੱਚ ਤੁਸੀਂ ਕੀ ਕਰਨਾ, ਨਿਫਟੀ ਸਿਲੈਕਟ ਕਰਕੇ ਇਸ ਨੂੰ ਨਿਫਟੀ 50 ਦੇ ਵਿੱਚ ਯੂਜ਼ ਕਰਨਾ ਗਾ, ਬੈਂਕ ਨਿਫਟੀ ਦੇ ਵਿੱਚ ਇਹ ਸਟ੍ਰੈਟਜੀ ਯੂਜ਼ ਨਹੀਂ ਕਰਨੀ। ਠੀਕ ਹੈ, ਜਦੋਂ ਤੁਸੀਂ ਐਡ ਨਿਊ ਤੇ ਕਲਿੱਕ ਕਰੋਗੇ, ਆਪਾਂ ਇਸ ਦੇ ਵਿੱਚ ਕਰਨਾ ਕੀ ਹੈ, ਆਪਾਂ ਨੂੰ ਪਤਾ ਜੋ ਆਪਣੀ ਇਸ ਵੀਕ ਦੀ ਐਕਸਪਾਇਰੀ ਹੈ, ਇਸ ਦੇ ਜੋ ਦੂਰ ਦੇ ਪ੍ਰੀਮੀਅਮ ਹੈ ਉਹ ਆਲਮੋਸਟ ਜ਼ੀਰੋ ਹੋ ਜਾਣਗੇ, ਇਹ ਚੀਜ਼ ਆਪਾਂ ਨੂੰ ਪਤਾ ਹੈ। ਬਟ ਜੇਕਰ ਆਪਾਂ ਇਸ ਨੂੰ ਹੈਜ ਕਰਨ ਲਈ ਆਪਾਂ ਮੰਥਲੀ ਉਸ ਪ੍ਰੀਮੀਅਮ ਦੇ ਆਸ-ਪਾਸ ਦੇ ਹੀ ਆਪਾਂ ਕਾਲ ਐਂਡ ਪੁੱਟ ਨੂੰ ਬਾਏ ਕਰ ਲਾਂਗੇ, ਤਾਂ ਓਬਵੀਅਸ ਜੀ ਗੱਲ ਆ ਉਹ ਇਸ ਵੀਕ ਤਾਂ ਜ਼ੀਰੋ ਨਹੀਂ ਹੋਣ ਵਾਲੇ ਹੈ ਨਾ। ਉਹ ਮੰਥਲੀ ਐਕਸਪਾਇਰੀ ਹੈ, ਇਹ ਆਪਾਂ ਵੀਕਲੀ ਐਕਸਪਾਇਰੀ ਦੇ ਵਿੱਚ ਸੈੱਲ ਕਰਨਾ ਤੇ ਮੰਥਲੀ ਐਕਸਪਾਇਰੀ ਨੂੰ ਆਪਾਂ ਬਾਏ ਕਰਨਾ। ਦੇਖੋ ਇਸ ਸਟ੍ਰੈਟਜੀ ਦੇ ਵਿੱਚ ਆਪਾਂ ਕਰਨਾ ਕੀ ਹੈ, ਸਭ ਤੋਂ ਪਹਿਲਾਂ ਆਪਾਂ ਮੰਥਲੀ ਐਕਸਪਾਇਰੀ ਦੇਖਾਂਗੇ ਕਿ ਜਿਵੇਂ ਅਗਸਤ ਤਾਂ ਆਪਾਂ 31 ਅਗਸਤ ਨੂੰ ਆਪਾਂ ਮੰਥਲੀ ਐਕਸਪਾਇਰੀ ਦਾ ਜੋ ਵੀ ਪ੍ਰੀਮੀਅਮ 12 ਦੇ ਆਸ-ਪਾਸ ਦਾ ਹੋਏਗਾ ਆਪਾਂ ਉਸ ਨੂੰ ਬਾਏ ਕਰ ਲੈਣਾ। ਠੀਕ ਹੈ, ਜਿਵੇਂ ਇਹ ਵਾਲਾ ਪ੍ਰੀਮੀਅਮ ਹੈ 18,700 ਦੀ ਪੁੱਟ, ਇਹ 12 ਦੇ ਆਸ-ਪਾਸ ਦਾ, ਇਸ ਨੂੰ ਆਪਾਂ ਬਾਏ ਕਰ ਲੈਣਾ। ਤੇ ਇਸ ਸੇਮ ਸਾਈਡ ਹੀ ਆਪਾਂ ਕਾਲ ਦਾ ਕਰਨਾ ਹੈ, ਆਪਾਂ ਪੁੱਟ ਦਾ ਬਾਏ ਕਰ ਲਿਆ। ਫਿਰ ਆਪਾਂ ਕਾਲ ਸਾਈਡ ਦੇਖਾਂਗੇ ਜੋ ਕਿ ਪ੍ਰੀਮੀਅਮ 12 ਦੇ ਆਸ-ਪਾਸ ਦਾ ਹੋਏਗਾ। ਦੇਖੋ 12 ਦੇ ਆਸ-ਪਾਸ ਦਾ ਪ੍ਰੀਮੀਅਮ ਇਹ ਵਾਲਾ ਰਿਹਾ 20,050 ਦੇ ਆਸ-ਪਾਸ ਦਾ, ਇਹ 12 ਦੇ ਆਸ-ਪਾਸ ਦਾ ਪ੍ਰੀਮੀਅਮ, ਤਾਂ ਇਸ ਨੂੰ ਆਪਾਂ ਬਾਏ ਕਰ ਲਾਂਗੇ ਜਾਂ ਆਪਾਂ ਇਸ ਨੂੰ ਵੀ ਬਾਏ ਕਰ ਸਕਦੇ ਹਾਂ ਜੋ 20,100 ਦੇ ਆਸ-ਪਾਸ ਦਾ। ਠੀਕ ਹੈ, ਤਾਂ ਇਹ ਸਟ੍ਰੈਟਜੀ ਦੀ ਜੋ ਆਪਣੀ ਟਾਈਮਿੰਗ ਰਹੇਗੀ ਉਹ 3 PM ਨੂੰ ਰਹੇਗੀ। ਉਹ ਮੈਂ ਤੁਹਾਨੂੰ ਐਲਗੋ ਦੇ ਬੈਕ ਟੈਸਟਿੰਗ ਪਲੇਟਫਾਰਮ ਤੇ ਜਾ ਕੇ ਦਿਖਾ ਦੂੰਗਾ ਕਿ ਇਹਦਾ ਰਿਜ਼ਲਟ ਕਿਵੇਂ ਹੈ, ਕਿਸ ਤਰ੍ਹਾਂ ਆਪਾਂ ਸਭ ਕੁਝ ਕਰਨਾ। ਇੱਕ ਵਾਰ ਆਪਾਂ ਦੇਖ ਲਓ ਕਿ ਆਪਣੀ ਸਟ੍ਰੈਟਜੀ ਬਣ ਕੇ ਕਿਵੇਂ ਰੈਡੀ ਹੋਏਗੀ। ਠੀਕ ਹੈ, ਤਾਂ ਆਪਾਂ ਮੰਥਲੀ ਕਾਲ ਐਂਡ ਪੁੱਟ ਜੋ ਕਿ 12 ਦੇ ਆਸ-ਪਾਸ ਦਾ ਪ੍ਰੀਮੀਅਮ ਹੈ ਉਸ ਨੂੰ ਆਪਾਂ ਬਾਏ ਕਰ ਲਿਆ। ਠੀਕ ਹੈ, ਤਾਂ ਹੁਣ ਆਪਾਂ ਕੀ ਕਰਨਾ, ਵੀਕਲੀ ਇੱਥੇ ਆਪਾਂ 17 ਅਗਸਤ ਤੇ ਆਵਾਂਗੇ, ਵੀਕਲੀ ਜੋ ਵੀ ਪ੍ਰੀਮੀਅਮ 12 ਦੇ ਆਸ-ਪਾਸ ਦਾ ਹੋਏਗਾ ਉਸ ਨੂੰ ਆਪਾਂ ਸੈੱਲ ਕਰ ਦੇਣਾ। ਜਿਵੇਂ ਇਹ ਵਾਲਾ ਪ੍ਰੀਮੀਅਮ ਦੇਖੋ 19,200 ਦਾ ਪ੍ਰੀਮੀਅਮ, ਇਸ ਨੂੰ ਆਪਾਂ ਸੈੱਲ ਕਰ ਦੇਣਾ ਪੁੱਟ ਦਾ। ਤੇ ਸੇਮ ਹੀ ਆਪਾਂ ਕਾਲ ਸਾਈਡ ਕਰਨਾ ਜੋ ਕਿ 12 ਦੇ ਆਸ-ਪਾਸ ਦਾ ਪ੍ਰੀਮੀਅਮ ਹੈ, ਇਹ ਵਾਲਾ ਰਿਹਾ 19,600 ਦਾ, ਇਸ ਨੂੰ ਆਪਾਂ ਸੈੱਲ ਕਰ ਦੇਣਾ। ਤਾਂ ਫਾਈਨਲੀ ਜੋ ਤੁਹਾਡੀ ਸਟ੍ਰੈਟਜੀ ਬਣ ਕੇ ਰੈਡੀ ਹੋਏਗੀ ਉਹ ਕੁਝ ਐਵੇਂ ਦੀ ਤੁਹਾਨੂੰ ਦਿਖਾਈ ਦੇਗੀ, ਦੇਖੋ। ਠੀਕ ਹੈ, ਤਾਂ ਇਹ ਵਾਲੀ ਤੁਹਾਡੀ ਸਟ੍ਰੈਟਜੀ ਬਣ ਕੇ ਰੈਡੀ ਹੋ ਜੂਗੀ ਤੇ ਇਸ ਦੇ ਵਿੱਚ ਜੋ ਆਪਣਾ ਲਾਸ ਵਗੈਰਾ ਹੁੰਦਾ ਜਾਂ ਪ੍ਰੋਫਿਟ ਹੁੰਦਾ ਉਹ ਵੀ ਮੈਂ ਤੁਹਾਨੂੰ ਬੈਕ ਟੈਸਟਿੰਗ ਡਾਟਾ ਦਿਖਾਊਂਗਾ ਕਿ ਇਸ ਦਾ ਬਿਨ ਰੇਟ ਕਿੰਨਾ ਜ਼ਿਆਦਾ ਗਾ ਤੇ ਕਿਸ ਤਰ੍ਹਾਂ ਸਿਰਫ ਆਪਾਂ ਮਾਰਕੀਟ ਦੇ ਵਿੱਚ ਮਤਲਬ ਪੈਸਿਵ ਇਨਕਮ ਜਨਰੇਟ ਕਰ ਸਕਦੇ ਹਾਂ ਸਟ੍ਰੈਟਜੀ ਨਾਲ। ਸਿਰਫ ਆਪਾਂ ਨੂੰ 5 ਮਿੰਟ ਸਟ੍ਰੈਟਜੀ ਡਿਪਲੋਏ ਕਰਨ ਤੇ ਲੱਗਣਗੇ ਤੇ 5 ਮਿੰਟ ਹੀ ਆਪਾਂ ਨੂੰ ਸਟ੍ਰੈਟਜੀ ਐਗਜ਼ਿਟ ਕਰਨ ਵੇਲੇ ਲੱਗਣਗੇ। ਠੀਕ ਹੈ, ਇਹਦੇ ਵਿੱਚ ਆਪਣਾ ਸਟਾਪ ਲਾਸ ਕੋਈ ਸਟਾਪ ਲਾਸ ਨਹੀਂ ਰਹੂਗਾ। ਠੀਕ ਹੈ, ਜੇਕਰ ਆਪਾਂ ਇਹਦੇ ਵਿੱਚ ਮਾਰਜਨ ਰਿਕੁਆਇਰਮੈਂਟ ਦੇਖੀਏ ਤਾਂ 70,000 ਦੇ ਆਸ-ਪਾਸ ਆਪਣਾ ਇਸ ਦੇ ਵਿੱਚ ਫੰਡ ਲੱਗ ਜਾਂਦਾ। ਓਕੇ, ਤਾਂ ਇਸ ਤਰ੍ਹਾਂ ਤੁਹਾਡੀ ਸਟ੍ਰੈਟਜੀ ਬਣ ਕੇ ਰੈਡੀ ਹੋਗੀ। ਜੇਕਰ ਮਾਰਕੀਟ ਇਸ ਰੇਂਜ ਦੇ ਵਿੱਚ ਕਲੋਜ਼ ਹੋ ਜਾਂਦਾ ਤਾਂ ਇਹ ਵਾਲਾ ਜੋ ਤੁਹਾਨੂੰ ਪ੍ਰੋਫਿਟ ਦਿਖ ਰਿਹਾ ਐਕਸਪਾਇਰੀ ਵਾਲੇ ਦਿਨ, ਤੁਹਾਨੂੰ ਇਹ ਸਾਰਾ ਪ੍ਰੋਫਿਟ ਇਸ ਨੂੰ ਆਪਣਾ ਪ੍ਰੋਫਿਟ ਬਣ ਜਾਂਦਾ, ਕਿਉਂਕਿ ਜੋ ਪ੍ਰੀਮੀਅਮ ਆਪਣਾ ਵੀਕਲੀ ਸੈੱਲ ਕੀਤੇ ਹੁੰਦੇ ਆ ਉਹ ਆਲਮੋਸਟ ਜ਼ੀਰੋ ਹੋ ਜਾਂਦੇ ਆ। ਠੀਕ ਹੈ, ਤਾਂ ਇਹ ਇੱਕ ਸਿੰਪਲ ਜੀ ਸਟ੍ਰੈਟਜੀ ਹੈ, ਤੁਸੀਂ ਇਸ ਦੇ ਉੱਪਰ ਵਰਕ ਕਰਕੇ ਆਪਣਾ ਜੋ ਹੈ ਇੱਕ ਪੈਸਿਵ ਇਨਕਮ ਜਨਰੇਟ ਕਰ ਸਕਦੇ ਹੋ। ਠੀਕ ਹੈ, ਦਨ ਦੇ ਵਿੱਚ ਇੱਥੇ ਐਗਜ਼ੀਕਿਊਟ ਆਲ ਆਰਡਰ, ਤਾਂ ਆਪਣੇ ਆਰਡਰ ਐਗਜ਼ੀਕਿਊਟ ਈਜ਼ੀਲੀ ਹੋ ਜਾਂਦੇ। ਤਾਂ ਇਸ ਤਰ੍ਹਾਂ ਨਾਲ ਆਪਾਂ ਇਸ ਨੂੰ ਪ੍ਰੀ ਐਫ ਗ੍ਰਾਫ ਨੂੰ ਇਸ ਦੇ ਵਿੱਚ ਟਰੈਕ ਕਰ ਸਕਦੇ ਹਾਂ। ਦਨ ਦੇ ਵਿੱਚ ਅਕਾਊਂਟ ਓਪਨ ਕਰੇ ਦਾ ਆਪਾਂ ਨੂੰ ਇਹੀ ਬੈਨੀਫਿਟ ਹੈ। ਠੀਕ ਹੈ, ਤਾਂ ਜੇਕਰ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ ਓਪਨ। ਹੁਣ ਆਪਾਂ ਇਸ ਸਟ੍ਰੈਟਜੀ ਦਾ ਥੋੜਾ ਜਿਹਾ ਬੈਕ ਟੈਸਟ ਦੇਖ ਲੈਂਦੇ ਹਾਂ ਕਿ ਇਸ ਦਾ ਆਪਣਾ ਵਿਨ ਰੇਟ ਕਿੰਨਾ ਗਾ ਤੇ ਰਿਸਕ ਰਿਵਾਰਡ ਰੇਸ਼ੀਓ ਕਿੰਨਾ ਗਾ। ਠੀਕ ਹੈ, ਉਹ ਵੀ ਆਪਾਂ ਥੋੜਾ ਜਿਹਾ ਦੇਖਣਾ ਆਪਣੇ ਲਈ ਜ਼ਰੂਰੀ ਹੈ। ਤਾਂ ਇਹ ਆਪਣਾ ਐਲਗੋ ਟੈਸਟ ਦਾ ਪਲੇਟਫਾਰਮ ਆ, ਤੁਸੀਂ ਵੀ ਜਾ ਕੇ ਇਸ ਸਟ੍ਰੈਟਜੀ ਨੂੰ ਬੈਕ ਟੈਸਟ ਕਰ ਸਕਦੇ ਆ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਆਪਣੀ ਟਾਈਮਿੰਗ,
कि अपनी टाइमिंग की है। देखो इत्थे आपां निफ्टी 50 सिलेक्ट करांगे, कैश नूं आपां सिलेक्ट करना, ठीक है, क्योंकि आपां कैश का चार्ट देख के ही इस दे विच अपनी स्ट्रैटेजी डिप्लॉय करांगे, आपां फ्यूचर का चार्ट नहीं देखना, निफ्टी 50 का कैश का चार्ट ही देखना। ओके, तो ये अपनी पोजिशनल स्ट्रैटेजी होएगी। वीकली एक्सपायरी जो अपना टाइम रहेगा वो रहेगा 3 PM, ठीक है, 3 PM एक्सपायरी तो 2 दिन पहला, जिमें मान लो ਵੀਰਵਾਰ ਦੀ ਐਕਸਪਾਇਰੀ ਹੈ ਤਾਂ ਆਪਾਂ ਮੰਗਲਵਾਰ ਨੂੰ ਇਹ ਸਟ੍ਰੈਟਜੀ ਡਿਪਲੋਏ ਕਰਦੇ ਹਾਂ। ਜਿਵੇਂ ਮੰਗਲਵਾਰ ਦੀ ਮੰਨ ਲਓ ਛੁੱਟੀ ਆ ਗਈ, ਠੀਕ ਹੈ, ਮੰਗਲਵਾਰ ਦੀ ਹੌਲੀਡੇ ਹੈ ਤਾਂ ਆਪਾਂ ਨੂੰ ਇਹ ਸਟ੍ਰੈਟਜੀ ਮੰਡੇ ਨੂੰ ਸੋਮਵਾਰ ਨੂੰ ਡਿਪਲੋਏ ਕਰਨੀ ਪਏਗੀ, ਠੀਕ ਹੈ। ਤਾਂ ਆਪਣਾ ਜੋ ਐਗਜ਼ਿਟ ਟਾਈਮ ਹੋਏਗਾ ਉਹ ਆਪਾਂ 2:15 ਜਾਂ 3 ਵਜੇ ਦੇ ਆਸ-ਪਾਸ ਦਾ ਤੁਸੀਂ ਰੱਖ ਸਕਦੇ ਹੋ। ਤਾਂ ਠੀਕ ਹੈ, ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ, ਪਹਿਲਾਂ ਆਪਾਂ ਲੋਟ ਸਿਲੈਕਟ ਕਰ ਲੈਂਦੇ, ਜੇ ਮੰਨ ਲਓ ਆਪਾਂ 2 ਲੋਟ ਦੇ ਵਿੱਚ ਕੰਮ ਕਰ ਰਿਹਾ ਕੋਈ ਇਨਸਾਨ, ਠੀਕ ਹੈ, ਤਾਂ ਇੱਥੇ ਆਪਾਂ ਬਾਏ ਤੇ ਕਲਿੱਕ ਕਰਾਂਗੇ एंड मंथली जो भी प्रीमियम आप इतने क्लोजेस्ट प्रीमियम कर देंगे, क्लोजेस्ट प्रीमियम जो कि 12 के आस-पास का प्रीमियम होएगा वो आप 2 लॉट कॉल बाय करांगे, ठीक है, एंड 2 लॉट ही आप पुट बाय करांगे। पहला आप बाय करना, उस तो बाद सैल करना, फिर हुण आप आ जाएंगे इस तो मंथली तो बाद वीकली ते आ जाएंगे, ठीक है, जो कि आप सैल करने हैं इस करंट एक्सपायरी दे, ठीक है। हुण इत्थों आप पोजीशन अपनी सैल सिलेक्ट कर लांगे, 2 लॉट आप पुट दे ऐड कर ले सैल दे, एंड 2 लॉट ही आप जो कॉल दे ऐड कर ले जो कि 12 के आस-पास का प्रीमियम होएगा, ठीक है। तो स्टॉप लॉस इस दे विच अपना कोई भी स्टॉप लॉस नहीं होएगा। इसनूं हुण आपां बैक टेस्ट करांगे। बैक टेस्ट आपां जो देखांगे 2019 तो लैके आपां देख लैंदे आ। 1 मिनट मैं इत्थे बैक टेस्ट कर लैंदे आपां। इस स्ट्रैटेजी नूं आपां देखो मंथ दे विच अपने कोल कितनियां एक्सपायरियां हुंदियां, अपने कोल 4 एक्सपायरियां हुंदियां, ठीक है। फस्ट वीक आप इस स्ट्रैटेजी नूं लगा सकते हैं, सैकेंड वीक भी इस स्ट्रैटेजी नूं लगा सकते हैं, तो थर्ड वीक भी इस स्ट्रैटेजी नूं लगा सकते हैं। फोर्थ वीक आप काम नहीं करना क्योंकि फोर्थ वीक मंथली एक्सपायरी हुंदी है। तो आप जेकर उही एक्सपायरी दे आप मंथली दे मतलब सैल करांगे तो फिर उही मतलब समझ रहे हो ना मैं की कह रहा, मतलब इस वीक आप फोर्थ वीक आप काम नहीं करना। वो क्यों नहीं करना, क्योंकि अपनी एक्सपायरी वीकली तो मंथली वो सेम ही होंगी हैगी, ठीक है। इस दे नाल तुसीं एवें ना करना कि नैक्सट एक्सपायरी बस जो पहलियां 3 एक्सपायरियां होणगियां आपां उही काम करना, होर एक्सपायरी ते आपां काम नहीं करना, ठीक है। तो 1 मंथ दे विच आपां 3 वार ही ट्रेड करना। ओके, तो हुण आपां इसदा बैक टेस्ट करते हैं। इत्थे मैं स्टार्ट बैक टेस्ट ते क्लिक कर देना, तो तुसीं भी जाके एल्गो टेस्ट के प्लेटफॉर्म पर इसनूं बैक टेस्ट करके देख सकते हो। जो भी डाटा आएगा उही डाटा जो मेरे को आएगा, सेम डाटा ही तुहाडे कोले आएगा स्क्रीन पर, है ना। तो स्ट्रैटेजी अपनी बैक टेस्ट हो रही है, देखते हैं अपना रिजल्ट की हुंदा इसके उपर, है ना। वैसे स्ट्रैटेजी बहुत वधिया, मैं इसके उपर वर्क कर रहा, कंसिस्टेंट तुहानूं प्रॉफिट रैगूलर इनकम मतलब जनरेट होंदी रहेगी। मंगलवार नूं 5 मिनट लगाने स्ट्रैटेजी बनाउण ते वीरवार नूं 5 मिनट बस एग्जिट करन ते लगने, होर कुछ इस दे विच ज़्यादा दिमाग नहीं लगाउणा आपदा, ठीक है। फुली सिस्टमैटिक इस स्ट्रैटेजी के उपर वर्क करना तुसीं। ओके, तो ये अपनी स्ट्रैटेजी के रिजल्ट आ गए, देख सकते हो तुसीं 2019 तो लैके 2023 दे विच इस स्ट्रैटेजी के तुसीं ओवरऑल रिजल्ट देख सकते हो, ठीक है। 30,000 के आस पास का इसने प्रॉफिट दिता ही होया। इत्थे आपां नूं 33,000 का प्रॉफिट है, इत्थे 30,000 का, इत्थे 37,000 का, इत्थे 60,000 का प्रॉफिट है। जेकर हुण दी गल करी तो अपनी उस स्ट्रैटेजी के विच 29,000 का प्रॉफिट ये स्ट्रैटेजी आपां नूं दे चुकी है, ठीक है, 2 लॉट के उपर काम करन दा। ते इस स्ट्रैटेजी के विच आपां अगे देखते हैं कि इस स्ट्रैटेजी का ओवरऑल प्रॉफिट देख सकते हो तुसीं, अपने नंबर ऑफ ट्रेड देख सकते हो। अपना सब तो इंपॉर्टेंट चीज़ है इस स्ट्रैटेजी का कि विन रेट की है। स्ट्रैटेजी प्रॉफिटेबल है, ठीक है। विन रेट इस स्ट्रैटेजी का 67% विन रेट है, तो लूजिंग रेट है जो इसका 32% इसका लूजिंग रेट है, ठीक है। तो बहुत ही वधिया स्ट्रैटेजी है। एक इसकी इंपॉर्टेंट चीज़ आप होर देखनी होंदी है कि अपना इस रिस्क रिवॉर्ड रेशियो की है। इस दे विच अपना रिस्क रिवॉर्ड रेशियो 1:1.5 मतलब 1:2 तो थोड़ा जिहा घट है, बट एक वधिया रिस्क रिवॉर्ड रेशियो है, ठीक है। तो एक ये भी अपना क्लीयर है भी रिस्क रिवॉर्ड रेशियो सही है। तो हुण आपां गल करते हैं मैक्सड विन स्ट्रीक ट्रेड्स की, इस दे विच जो लगातार आपां नूं मतलब विनिंग स्ट्रीक अपनी कंटिन्यू रह सकती है, वो 4 बार अपनी विनिंग स्ट्रीक कंटिन्यू रह सकती है। तो लूजिंग स्ट्रीक मतलब अपनी 2 बार लूजिंग स्ट्रीक कंटिन्यू रह सकती है इस दे विच, ठीक है। तो ये विन स्ट्रीक हो गया, तो ये लूजिंग स्ट्रीक हो गया। हुण आपां कुछ एग्जाम्पल देख लैंदे हैं कि इसके रिजल्ट की आए सीगे। आपां देखो इस दे विच आपां देखते हैं, आपां जो लास्ट वीक की एक्सपायरी होएगी उहदे विच तां आपां काम ही नहीं करना, ठीक है, क्योंकि इहदे विच क्यों नहीं काम करना सी ये मैं तुहानूं दसदा। जेकर तुसीं वीक की सिलेक्ट करोगे, मान लो मंथ दे विच जो 4th वीक आउंदा वो मंथली एक्सपायरी हुंदी है, तां उहदे विच आपां मंथली नूं ही बाय सैल करांगे तां कोई मतलब नहीं होएगा। इसनूं इस करके इत्थे 0-0 PNL दिखा रहा, ठीक है। तां फिर इत्थे देखो तुसीं आपां 18/7 नूं इस दे विच आपां नूं जो लॉस होया सी 565 के आस-पास का लॉस होया, ठीक है। फिर इत्थे आपां नूं 1600 का प्रॉफिट होया, फिर इत्थे आपां नूं 1800 के आस-पास का प्रॉफिट है। कुछ नहीं कीता, आपां सिंपली देखो
ਇੱਥੇ ਸੈੱਲ ਕੀਤੇ ਜੋ ਕਿ 12 ਦੇ ਆਸ-ਪਾਸ ਦੇ ਪ੍ਰੀਮੀਅਮਸ ਤੇ ਉਹ ਸੇਮ ਪ੍ਰੀਮੀਅਮ ਹੀ ਆਪਾਂ ਬਾਏ ਕੀਤੇ ਮੰਥਲੀ ਦੇ ਵਿੱਚ, ਹੋਰ ਆਪਾਂ ਕੁਝ ਨਹੀਂ ਕਰਨਾ ਇਹਦੇ ਵਿੱਚ, ਠੀਕ ਹੈ। ਫਿਰ ਇੱਥੇ ਮੰਥਲੀ ਹੋਣੀ ਹੈ ਤਾਂ ਕਰਕੇ ਇੱਥੇ ਆਪਾਂ ਨੂੰ ਕੁਝ ਨਹੀਂ ਦਿਖਾ ਰਿਹਾ, 0 ਦਿਖਾ ਰਿਹਾ, ਠੀਕ ਹੈ। ਇੱਥੇ ਦੇਖੋ 1900 ਦਾ ਪ੍ਰੋਫਿਟ, ਫਿਰ ਆਪਾਂ ਨੂੰ 1500 ਦਾ ਪ੍ਰੋਫਿਟ, ਫਿਰ ਇੱਥੇ ਆਪਾਂ ਨੂੰ 2200 ਦਾ ਪ੍ਰੋਫਿਟ, ਠੀਕ ਹੈ, ਫਿਰ 1600 ਦਾ ਪ੍ਰੋਫਿਟ। ਮਤਲਬ ਇਹ ਸਟ੍ਰੈਟਜੀ ਪ੍ਰੋਫਿਟੇਬਲ ਸਟ੍ਰੈਟਜੀ ਹੈ, ਤਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਕਿਉਂਕਿ ਦੇਖਿਆ ਹੋਣਾ ਮੈਂ ਕੋਈ ਵੀ ਐਵੇਂ ਦੀ ਸਟ੍ਰੈਟਜੀ ਨਹੀਂ ਸ਼ੇਅਰ ਕਰਦਾ ਜੋ ਕਿ ਪ੍ਰੋਫਿਟੇਬਲ ਨਾ ਹੋਵੇ। ਬਹੁਤ ਘੱਟ ਸਟ੍ਰੈਟਜੀਆਂ ਲੈ ਕੇ ਆਉਣਾ, ਸਟ੍ਰੈਟਜੀਆਂ ਉਹੀ ਲੈ ਕੇ ਆਉਂਗਾ ਮੈਂ ਤੁਹਾਡੇ ਲਈ ਜੋ ਕਿ ਵਰਕ ਕਰਨਗੀਆਂ ਲਾਈਵ ਮਾਰਕੀਟ ਦੇ ਵਿੱਚ। ਦੇਖੋ ਇੱਥੇ ਆਪਾਂ ਨੂੰ ਲਾਸ ਹੋ ਰਿਹਾ, ਕਿੰਨਾ ਛੋਟਾ ਲਾਸ ਹੈ, 400 ਦੇ ਆਸ-ਪਾਸ ਦਾ ਲਾਸ ਹੈ, ਫਿਰ ਆਪਾਂ ਨੂੰ 1800 ਦੇ ਆਸ-ਪਾਸ ਦਾ ਪ੍ਰੋਫਿਟ, ਫਿਰ 2400 ਦੇ ਆਸ-ਪਾਸ ਦਾ ਪ੍ਰੋਫਿਟ। ਤਾਂ ਤੁਸੀਂ ਵੀ ਇਸ ਸਟ੍ਰੈਟਜੀ ਨੂੰ ਬੈਕ ਟੈਸਟ ਡਾਟਾ ਕਰਕੇ ਦੇਖ ਸਕਦੇ ਹੋ ਐਲਗੋ ਟੈਸਟ ਦੇ ਪਲੇਟਫਾਰਮ ਤੇ, ਠੀਕ ਹੈ। ਸਟ੍ਰੈਟਜੀ ਦੇ ਰੂਲ ਤੁਹਾਨੂੰ ਸਮਝ ਆ ਚੁੱਕੇ ਹੋਣਗੇ ਕਿ ਇਸ ਦੇ ਕੀ ਰੂਲ ਹੈ, ਇੱਕ ਵਾਰ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ। ਆਪਾਂ ਕੋਈ ਸਟਾਪ ਲਾਸ ਨਹੀਂ ਲਗਾਇਆ, ਠੀਕ ਹੈ। ਸਿੰਪਲੀ ਆਪਾਂ ਕੀ ਕੀਤਾ, 3 ਵਜੇ ਮੰਗਲਵਾਰ ਨੂੰ ਆਪਾਂ ਸੈੱਲ ਕਰ ਦੇਣੇ ਆ ਜੋ ਕਿ 12 ਦੇ ਆਸ-ਪਾਸ ਦੇ। ਪਹਿਲਾਂ ਤਾਂ ਆਪਾਂ ਨੂੰ ਬਾਏ ਕਰਨੇ ਹੈਗੇ, ਮੰਥਲੀ ਬੇਸ ਤੇ ਆਪਾਂ ਬਾਏ ਕਰਾਂਗੇ। ਦੇਖੋ ਇਹ ਮੰਥਲੀ ਆ ਜੋ ਕਿ 12 ਦੇ ਆਸ-ਪਾਸ ਦਾ ਪ੍ਰੀਮੀਅਮ ਹੈ ਕਾਲ ਪੁੱਟ ਨੂੰ, ਤੇ ਵੀਕਲੀ ਜੋ ਹੋਏਗਾ ਆਪਣੀ ਕਰੰਟ ਵੀਕ ਦੀ ਐਕਸਪਾਇਰੀ ਹੋਗੀ, ਉਹ 12 ਦੇ ਜੋ ਆਸ-ਪਾਸ ਦੇ ਪ੍ਰੀਮੀਅਮ ਹੋਣਗੇ ਉਸ ਨੂੰ ਆਪਾਂ ਸੈੱਲ ਕਰ ਦੇਣਾ। ਬਸ ਇਹੀ ਇਸ ਦੇ ਵਿੱਚ, ਹੋਰ ਉਸ ਦੇ ਵਿੱਚ ਜ਼ਿਆਦਾ ਕੋਈ ਰੂਲ ਨਹੀਂ ਹੈ, ਕਿਉਂਕਿ ਇਹਦੇ ਵਿੱਚ ਸਿੰਪਲ ਜੀ ਚੀਜ਼ ਹੈ। ਮੰਥਲੀ ਦੇ ਜੋ ਪ੍ਰੀਮੀਅਮ ਹੋਣਗੇ ਉਹ 0 ਨਹੀਂ ਹੋਣਗੇ, ਬਟ ਜੋ ਕਰੰਟ ਵੀਕ ਦੀ ਐਕਸਪਾਇਰੀ ਹੋਏਗੀ ਉਹਨਾਂ ਦੇ ਪ੍ਰੀਮੀਅਮ ਨੇ 0 ਹੀ ਹੋਣਾ, ਉਹਨਾਂ ਨੇ ਹੋਣਾ ਹੀ ਹੋਣਾ 0, ਠੀਕ ਹੈ। ਜਿਹੜੇ ਮੰਥਲੀ ਦੇ ਹੋਣਗੇ ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਰਹਿ ਜਾਣਗੇ, ਤੁਸੀਂ ਇੱਥੇ ਦੇਖੋ ਨੀਚੇ ਤੁਹਾਨੂੰ ਦਿਖ ਜਾਏਗਾ ਮੰਥਲੀ ਦੇ ਕਿੰਨੇ ਰਹਿ ਜਾਣਗੇ। ਦੇਖੋ ਇਹ 0 ਨਹੀਂ ਹੁੰਦੇ, ਦੇਖੋ ਇੱਥੇ ਦੇਖੋ ਇਹ ਵਾਲੇ 0 ਹੋ ਗਏ ਜੋ ਕਰੰਟ ਵੀਕ ਦੇ ਸੀ, ਤੇ ਜੋ ਮੰਥਲੀ ਦੇ ਸੀ ਉਹ ਕੋਈ 10 ਦਾ ਰਹਿ ਗਿਆ, ਕੋਈ 9 ਦਾ ਰਹਿ ਗਿਆ। ਇਹ ਐਵੇਂ ਹੀ ਹੁੰਦਾ, 0 ਨਹੀਂ ਹੁੰਦੇ ਕਦੇ ਵੀ ਜੋ ਕਿ ਮੰਥਲੀ ਦੇ ਹੁੰਦੇ, ਠੀਕ ਹੈ। ਮੰਥਲੀ ਐਕਸਪਾਇਰੀ ਤੇ ਹੀ 0 ਹੋਣਗੇ। ਇੱਥੇ ਵੀ ਦੇਖੋ ਤੁਸੀਂ ਇਹ 13 ਦਾ ਰਹਿ ਗਿਆ, 8 ਦਾ ਰਹਿ ਗਿਆ, ਬਟ ਇਹ ਦੋਨੇ 0 ਹੋ ਗਏ। ਆਪਾਂ ਨੂੰ ਪੂਰਾ ਪ੍ਰੀਮੀਅਮ ਮਤਲਬ ਆਪਾਂ ਨੂੰ ਆਪਸ਼ਨ ਸੈਲਰ ਨੂੰ ਖਾਣ ਲਈ ਮਿਲ ਗਿਆ, ਜਾਂ ਆਪਾਂ ਕਹਿੰਦੇ ਆਪਾਂ ਨੂੰ ਪ੍ਰੋਫਿਟ ਹੋ ਗਿਆ, ਠੀਕ ਹੈ, ਇਸ ਪ੍ਰੀਮੀਅਮ ਦਾ। ਤਾਂ ਆਈ ਹੋਪ ਤੁਹਾਨੂੰ ਇਹ ਸਟ੍ਰੈਟਜੀ ਵਧੀਆ ਲੱਗੀ ਹੋਗੀ। ਜੇ ਤੁਹਾਨੂੰ ਸਟ੍ਰੈਟਜੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਜੇਕਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਉਹ ਕਮੈਂਟਸ ਦੇ ਵਿੱਚ ਮੇਰੇ ਤੋਂ ਪੁੱਛ ਸਕਦੇ ਹੋ, ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਵੀ ਕਲਿੱਕ ਕਰ ਦੇਣਾ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਓਕੇ ਬਾਏ।